This is Sherry Punjab Radio, AM 600, Vancouver. ਫੈਡਰਲ ਸਰਕਾਰ ਦੀ ਗੱਲ ਕਰਦੇ ਹਾਂ। ਤੁਸੀਂ ਜਾਣਦੇ ਹੋ ਕਿ ਇੱਕ ਵਿਸ਼ੇਸ਼ ਸਮਝੌਤੇ ਦੇ ਤਹਿਤ NDP ਨੇ ਮਦਦ ਕਰਨ ਦਾ ਵਾਅਦਾ ਕੀਤਾ, ਲੇਕਿਨ ਉਹਨੇ ਆਪਣੀਆਂ ਸ਼ਰਤਾਂ ਬਣਾਉਣੀਆਂ ਨੇ ਔਰ ਉਹਨਾਂ ਸ਼ਰਤਾਂ ਨੂੰ ਅਗਰ ਜਸਟਿਨ ਟਰੂਡੋ ਸਾਹਿਬ ਨਹੀਂ ਪੂਰਾ ਕਰਦੇ ਤਾਂ ਫਿਰ ਮੁਸ਼ਕਿਲ ਖੜੀ ਹੋ ਜਾਏਗੀ। ਇਸ ਬਾਰੇ NDP ਦਾ ਅਤੇ ਲਿਬਰਲਸ ਦਾ, ਫੈਡਰਲ ਲਿਬਰਲਸ ਦਾ ਜਿਹੜਾ ਸਪਲਾਈ ਐਂਡ ਕੌਨਫੀਡੈਂਸ ਐਗਰੀਮੈਂਟ ਹੋਇਆ, ਉਹਦੇ ਵਿੱਚ ਕੁਝ ਸ਼ਰਤਾਂ ਤਹਿਤ NDP ਨੇ ਮਦਦ ਕੀਤੀ ਹੈ ਕਿ ਸਰਕਾਰ ਨੂੰ ਅਸੀਂ ਡਿੱਗਣ ਨਹੀਂ ਦੇਵਾਂਗੇ, ਤੁਸੀਂ ਸਾਡੀ ਗੱਲ ਮੰਨੀ ਚੱਲੋ, ਅਸੀਂ ਸਹਿਯੋਗ ਦੇਵਾਂਗੇ। ਸਰਕਾਰ ਦੇ ਅੰਦਰ ਜਾ ਕੇ ਕੋਈ ਵਜ਼ਾਰਤ ਨਹੀਂ ਲਈ, ਕੋਈ ਹੋਰ ਕਿਸੇ ਕਿਸਮ ਦਾ ਕੋਈ ਬੰਦ-ਸੁਭ ਨਹੀਂ ਕੀਤਾ, ਬਲਕਿ ਸਿਰਫ ਦੂਰੋਂ ਰਹਿ ਕੇ ਮਦਦ ਕੀਤੀ ਹੈ। ਲੇਕਿਨ ਸਾਡੇ ਕੁਝ ਮੁੱਦਿਆਂ ਦੇ ਉੱਤੇ ਅਗਰ ਗੌਰ ਕੀਤਾ ਜਾਵੇ ਔਰ ਗੰਭੀਰਤਾ ਦੇ ਨਾਲ ਗੌਰ ਕੀਤਾ ਜਾਵੇ ਤਾਂ ਅਸੀਂ ਨਾਲ ਖੜਾਂਗੇ। ਕੁਝ ਇਸ ਕਿਸਮ ਦੀ ਰੂਹ ਹੈ ਇਸ ਸਮਝੌਤੇ ਦੀ। ਲੇਕਿਨ ਹਾਲ ਹੀ ਵਿੱਚ ਸਰਦਾਰ ਜਗਮੀਤ ਸਿੰਘ ਹੋਣਾ ਨੇ ਇਹ ਸਪਸ਼ਟ ਕਰ ਦਿੱਤਾ ਹੈ ਅਤੇ ਇਉਂ ਲੱਗਦਾ ਉਹਨਾਂ ਦੀ ਗੱਲਾਂ ਤੋਂ ਕਿ ਉਹ ਜੋ ਗੱਲ ਕਹਿ ਰਹੇ ਨੇ ਉਹਦੇ 'ਚ ਵਜ਼ਨ ਹੈ, ਕਿਸੇ ਕਿਸਮ ਦੀ ਉਹ ਕੱਚਾ ਬਿਆਨ ਨਹੀਂ ਦੇ ਰਹੇ। ਉਹਨਾਂ ਆਖਿਆ ਗਿਆ ਕਿ ਜੇਕਰ ਜਿਹੜਾ ਡੈਂਟਲ ਪ੍ਰੋਗਰਾਮ ਸੀਗਾ ਲੋ ਇਨਕਮ ਚਿਲਡਰਨ ਅੰਡਰ 12, ਜੇਕਰ ਉਹਨੂੰ ਇਸ ਵਰ੍ਹੇ ਦੇ ਅੰਤ ਤੱਕ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਤਾਂ ਜਗਮੀਤ ਸਿੰਘ ਨੇ ਅੱਜ ਇੱਕ ਮੀਡੀਆ ਪਲੇਟਫਾਰਮ 'ਤੇ ਗੱਲਬਾਤ ਕਰਦਿਆਂ ਟੋਰਾਂਟੋ ਸਟਾਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਫਿਰ ਸਾਨੂੰ ਨਾ ਆਖਿਓ, ਮਾਫ ਕਰਨਾ ਉਹਨਾਂ ਦੇ ਲਫ਼ਜ਼ ਨਹੀਂ ਹਨ। ਲੈਟ ਮੀ ਰੀਡ ਇਟ what he said actually. I made it really clear to the Prime Minister directly that this has to happen. ਇਹ ਸਮਝੌਤਾ ਜਿਹੜਾ ਡੈਂਟਲ ਪ੍ਰੋਗਰਾਮ ਵਾਲਾ ਹੈਗਾ, ਇਹ ਲੋ ਇਨਕਮ ਨਿਆਣਿਆਂ ਵਾਸਤੇ 12 ਵਰ੍ਹਿਆਂ ਤੋਂ ਘੱਟ ਉਮਰ ਵਾਲੇ, ਇਹ ਹਰ ਹਾਲ ਲਾਗੂ ਹੋਣਾ ਚਾਹੀਦਾ। ਟੈਲੀਫੋਨਿਕ ਇੰਟਰਵਿਊ ਦੇ ਵਿੱਚ ਉਹਨੇ ਆਖਿਆ ਕਿ there is just no option for them. ਹੋਰ ਕੋਈ ਉਹਨਾਂ ਵਾਸਤੇ ਗੁੰਜਾਇਸ਼ ਬਚਦੀ ਨਹੀਂ ਹੈ। This has to happen. ਇਹ ਹਰ ਹਾਲ ਹੋ ਕੇ ਰਹੇਗਾ। The deal stands on this. ਸਾਡਾ ਸਮਝੌਤੇ ਦਾ ਰੂਹ ਹੀ ਇਸੇ 'ਤੇ ਖੜੀ ਹੈ। ਸੋ ਇੰਨੇ ਕਰੜੇ ਲਫ਼ਜ਼ਾਂ 'ਚ ਜਿਹੜਾ ਡੈਂਟਲ ਪਲਾਨ ਬਾਰੇ ਜਗਮੀਤ ਸਿੰਘ ਦਾ ਬੋਲਣਾ, ਹੁਣ ਇਹ ਤੋਂ ਇੱਕ ਗੱਲ ਜਿਹੜੀ ਸਪਸ਼ਟ ਹੋ ਗਈ ਹੈ ਕਿ ਜਸਟਿਨ ਟਰੂਡੋ ਸਾਹਿਬ ਵਾਸਤੇ, ਉਹਨਾਂ ਦੀ ਸਰਕਾਰ ਵਾਸਤੇ ਹੁਣ ਕੋਈ ਥਾਂ ਬਚਦੀ ਨਹੀਂ ਹੈ। ਜਾਂ ਤਾਂ ਚੋਣਾਂ ਹੋਣਗੀਆਂ, ਜਿਹਦੇ ਬਾਰੇ ਕਈ ਲੋਕ ਪਹਿਲਾਂ ਹੀ ਭਵਿੱਖਬਾਣੀਆਂ ਕਰ ਰਹੇ ਨੇ ਕਿ ਚੋਣਾਂ ਤਾਂ ਆਈਆਂ ਲਓ। ਜੇਕਰ ਆਉਂਦੇ 2.5-3 ਵਰ੍ਹੇ ਜਿਹੜੀ ਸਰਕਾਰ ਚਲਾਉਣੀ ਹੈ ਤਾਂ ਫਿਰ ਜਿੰਨੀ ਕਰਾਈ ਦੇ ਨਾਲ ਸਰਦਾਰ ਜਗਮੀਤ ਸਿੰਘ ਗੱਲਬਾਤ ਕਰ ਰਹੇ ਨੇ ਕਿ ਡੈਂਟਲ ਪਲਾਨ ਵਾਲਾ ਵਾਅਦਾ ਸਾਡਾ ਕੱਚਾ ਵਾਅਦਾ ਨਹੀਂ ਸੀ, ਉਹਨੂੰ ਲਾਗੂ ਕਰਨਾ ਪੈਣਾ, ਉਹਨੂੰ ਇੰਪਲੀਮੈਂਟ ਕਰਨਾ ਪੈਣਾ। ਐਂਡ ਇਫ ਇਟਸ ਨਾਟ ਇੰਪਲੀਮੈਂਟਡ ਇਟ ਹੈਜ਼ ਟੂ ਹੈਪਨ। ਇਹ ਹੋਏਗਾ ਹੀ ਹੋਏਗਾ। ਸੋ ਇਸ ਕਰੜਾਈ ਦੇ ਵਿੱਚ ਜਿਹੜਾ ਹੁਣ ਜਸਟਿਨ ਟਰੂਡੋ ਸਾਹਿਬ ਕੀ ਆਖਣਗੇ ਜਾਂ ਕੀ ਕਰਨਗੇ ਉਹ ਤਾਂ ਬਾਅਦ ਦੀ ਗੱਲ ਹੈ। ਲੇਕਿਨ ਸਮਝੌਤੇ ਦੀ ਰੂਹ ਨੂੰ ਇੱਕ ਵਾਰ ਫੇਰ ਮੀਡੀਆ ਪਲੇਟਫਾਰਮ 'ਤੇ ਜਾ ਕੇ ਜਿਹੜਾ ਇਸ ਕਦਰ ਦੱਸਣਾ ਕਿ ਸਾਡਾ ਤਾਂ ਇਹ ਰੂਹ ਹੈਗੀ ਆ ਉਸ ਸਮਝੌਤੇ ਦੀ, ਜੇਕਰ ਨਹੀਂ ਹੁੰਦਾ ਤਾਂ ਫਿਰ ਅਸੀਂ ਪਿਛਾਂਹ ਹੋਵਾਂਗੇ ਅਤੇ ਸਰਕਾਰ ਮਨੀ ਬਿੱਲ 'ਤੇ ਡਿੱਗੇਗੀ, ਚੋਣਾਂ ਆ ਜਾਣਗੀਆਂ। ਇਹ ਚੋਣਾਂ ਆਉਣ ਬਾਰੇ ਤਾਂ ਕਾਫੀ ਲੋਕਾਂ ਤੋਂ ਤੁਸੀਂ ਸੁਣਿਆ ਹੋਣਾ, ਅਕਸਰ ਗੱਲਬਾਤ ਚੱਲਦੀ ਹੈ ਕਿ ਚੋਣਾਂ ਸਮੇਂ ਤੋਂ ਪਹਿਲਾਂ ਆਉਣਗੀਆਂ। ਪ੍ਰਧਾਨ ਮੰਤਰੀ ਸਾਹਿਬ ਨੇ ਨਵੀਂ ਜਿਹੜੀ ਹੇਅਰ ਕੱਟ ਵੀ ਬਣਾਇਆ, ਹਜਾਮਤ ਕੀਤੀ ਹੈ ਜਿਹੜੀ, ਸ਼ਾਇਦ ਉਹ ਤਿਆਰੀਆਂ ਉਹ ਕਰ ਚੁੱਕੇ ਨੇ ਆਪਣੀਆਂ ਆਉਣ ਵਾਲੀ ਚੋਣਾਂ ਦੀਆਂ। ਆਪਣੀ ਨਵੀਂ ਨਕੋਰ ਲੁੱਕ, ਪਹਿਲਾਂ ਵਾਲਾ ਜਿਹੜਾ ਮਾਹੌਲ ਸੀਗਾ ਪੈਂਡੈਮਿਕ ਵਾਲਾ ਕਿ ਮਾਸਕ ਲਾ ਕੇ ਰੱਖਣਾ ਅਤੇ ਬੜਾ ਗਰੀਬੜਾ ਜਿਹਾ ਇਮੇਜ ਅਤੇ ਡਰੂ ਜਿਹਾ ਇਮੇਜ ਕਿ ਮੈਂ ਵੀ ਡਰਿਆ ਹੋਇਆ ਅਤੇ ਦੁਨੀਆ ਵੀ ਡਰੇ ਅਤੇ ਵੈਕਸੀਨ ਲਵਾ ਲਓ। ਇਹ ਉਹ ਜਿਹੜਾ ਮਾਹੌਲ ਸੀਗਾ ਕਿ ਉਹ ਇੱਕ ਵੱਖਰਾ ਮਾਹੌਲ ਸੀਗਾ ਕਿ ਸਾਰੇ ਹੀ ਆਪਾਂ ਡਰੇ ਹੋਏ ਸੀਗੇ। ਕੀ ਬਣੇਗਾ, ਸਰਕਾਰ ਕੀ ਕਰ ਰਹੀ ਹੈ, ਟੀਕੇ ਲੱਗੀ ਜਾਣ, ਬਸ ਇੱਕ ਹੋਰ ਵੇਰੀਐਂਟ ਆ ਗਿਆ ਵਾਲਾ ਮਾਹੌਲ ਜਿਹੜਾ ਉਹ kind of we were waiting for the bad news to happen all the time and precaution ਇਹ ਸਲੋਗਨ ਜਿਹੜਾ ਹਵਾ ਦੇ ਵਿੱਚ ਰਹਿੰਦਾ ਸੀ। ਲੇਕਿਨ ਹੁਣ ਜਦੋਂ ਚੋਣਾਂ ਦਾ ਮਾਹੌਲ ਬਣ ਚੱਲਾ ਜਾਂ ਬਣਾਉਣ ਦਾ ਕੋਈ ਐਸੀ ਗੁੱਝੀ ਯੋਜਨਾ ਬਣ ਗਈ ਸਾਨੂੰ ਨਹੀਂ ਪਤਾ, ਦੇ ਵਿੱਚ ਆਹ ਬਿਆਨ ਜਿਹੜਾ ਜਗਮੀਤ ਸਿੰਘ ਦਾ
ਇਹ ਧਿਆਨ ਦੀ ਮੰਗ ਕਰਦਾ। ਸਾਡੇ ਨਾਲ ਕੁਝ ਕਾਲਰ ਵੀ ਜੁੜ ਰਹੇ ਨੇ। ਹੈ ਦਮਖਮ ਜਗਮੀਤ ਸਿੰਘ ਦੀ ਗੱਲ ਦੇ ਵਿੱਚ ਕਿ ਇਹ ਸਾਰੀਆਂ ਕੋਈ ਸਿਆਸੀ ਜਿਹੜੀਆਂ ਗੁੱਝੀਆਂ ਖੇਡਾਂ ਨੇ। ਸਰਦਾਰ ਜਗਮੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ। ਸਾਧ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਚੜ੍ਹਦੀ ਕਲਾ ਜੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਨੂੰ ਸੰਪਰਕ ਕੀਤਾ ਹੈਗਾ। ਤੇ ਅਸੀਂ ਤੁਹਾਡੇ ਤੋਂ ਪਹਿਲਾਂ ਗੱਲ ਤਾਂ ਕਰ ਹਟੇ ਹਾਂ ਕਿ ਅੱਜ ਤੁਸੀਂ ਬੜੀ ਸਪਸ਼ਟ ਤਰੀਕੇ ਨਾਲ ਗੱਲ ਸਾਹਮਣੇ ਰੱਖ ਦਿੱਤੀ ਹੈ ਕਿ ਡੈਂਟਲ ਕੇਅਰ ਦਾ ਜਿਹੜਾ ਤੁਹਾਡਾ ਸਮਝੌਤਾ ਹੋਇਆ ਹੈ ਸਰਕਾਰ ਦੇ ਨਾਲ ਜਾਂ ਫੈਡਰਲ ਲਿਬਰਲ ਦੇ ਨਾਲ ਕਿ ਅਸੀਂ ਤੁਹਾਡੇ ਨਾਲ ਖੜਾਂਗੇ, ਫਲਾਂ ਗੱਲਾਂ ਤੇ ਤੁਹਾਨੂੰ ਕੰਮ ਕਰਨਾ ਹੀ ਪਏਗਾ। ਔਰ ਤੁਸੀਂ ਅੱਜ ਬੜੀ ਸਪਸ਼ਟ ਗੱਲ ਕੀਤੀ ਹੈ ਕਿ ਜੇਕਰ ਡੈਂਟਲ ਕੇਅਰ ਤੇ ਗੱਲ ਨਾ ਬਣੀ ਤਾਂ ਫੇਰ ਕੀ ਹੋਏਗਾ? ਆਪਾਂ ਜਿਹੜੇ ਸਮਝੌਤਾ ਨੂੰ ਤੋੜਾਂਗੇ। ਆਪਾਂ ਬੜਾ ਸਾਫ਼ ਦੱਸਿਆ ਕਿ ਸਮਝੌਤਾ ਆਪਾਂ ਇਸ ਲਈ ਕੀਤਾ ਕਿ ਲੋਕਾਂ ਦਾ ਕੁਝ ਭਲਾ ਹੋਵੇ, ਲੋਕਾਂ ਨੂੰ ਕੁਝ ਫਾਇਦਾ ਮਿਲੇ। ਤੇ ਜੋ ਆਪਾਂ ਸਮਝੌਤਾ 'ਚ ਲੋਕਾਂ ਵਾਸਤੇ ਜਿੱਤ ਪ੍ਰਾਪਤ ਕੀਤਾ, ਇੱਕ ਤਾਂ ਹੈਗਾ ਦੰਦ ਸੇਵਾਵਾਂ, ਦੂਜਾ ਹੈਗਾ ਕਿ ਦਵਾਈਆਂ ਦਾ ਖਰਚਾ ਨੂੰ ਫ੍ਰੀ ਕਰਨਾ, ਤੇ ਤੀਜਾ ਹੈਗਾ ਕਿ ਕੋਈ ਖਾਸ ਕਦਮ ਘਰ ਨੂੰ ਸਸਤੇ ਕਰਨ ਤਾਂ ਕਿ ਆਮ ਬੰਦੇ ਘਰ ਖਰੀਦ ਸਕਣ। ਇਹ ਤਿੰਨ ਗੱਲਾਂ ਦੇ ਵਿੱਚ ਆਪਾਂ ਹਰ ਸਾਲ ਆਪਾਂ ਰੱਖਿਆ ਸੀਗਾ ਕਿ ਇਹ ਚੀਜ਼ ਇਸ ਤਰੀਕ ਤੱਕ ਹੋਣਾ ਚਾਹੀਦਾ। ਸੋ ਪਹਿਲਾ ਜਿਹੜਾ ਕਦਮ ਸਰਕਾਰ ਵੱਲੋਂ ਚੁੱਕਿਆ ਜਾਣਾ ਚਾਹੀਦਾ ਸਾਡੇ ਸਮਝੌਤੇ ਦੇ ਅਨੁਸਾਰ ਉਹ ਹੈਗਾ ਕਿ ਇਹ ਸਾਲ 12 ਸਾਲ ਤੇ ਘੱਟ ਬੱਚਿਆਂ ਵਾਸਤੇ ਦੰਦ ਸੇਵਾਵਾਂ ਮੁਫਤ ਹੋਣੇ ਚਾਹੀਦੇ। ਤੇ ਜਿਹਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਆਪਣਾ ਘਰ ਰੱਖਣ ਲਈ ਕਿ ਉਹਦੇ ਕਿਸ਼ਤਾਂ ਜ਼ਿਆਦਾ ਹੋ ਗਏ ਜਾਂ ਬਿੱਲ ਬੱਤੀਆਂ ਜ਼ਿਆਦਾ ਹੋ ਗਏ, ਉਹਨੂੰ ਥੋੜ੍ਹੀ ਮਦਦ ਦੀ ਲੋੜ ਹੈ, ਉਸ ਕੈਨੇਡੀਅਨ ਵਿਅਕਤੀਆਂ ਵਾਸਤੇ ਕੁਛ ਥੋੜ੍ਹੀ ਜਿਹੀ ਸਹਾਇਤਾ। ਉਹ ਦੋ ਗੱਲਾਂ ਹੋਣੀਆਂ ਚਾਹੀਦੀਆਂ ਸਾਲ ਦੇ ਅੰਤ ਤੋਂ ਪਹਿਲਾਂ। ਤੇ ਜੇ ਨਹੀਂ ਹੁੰਦੇ ਤਾਂ ਆਪਾਂ ਜੋ ਸਪੋਰਟ ਹੈ ਵਾਪਸ ਲਵਾਂਗੇ। ਅਸੀਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਤਕਰੀਬਨ 15 ਮਿੰਟ ਪਹਿਲਾਂ ਤੁਹਾਡੀ ਇਸ ਗੱਲ ਦੇ ਮੱਦੇਨਜ਼ਰ ਅਸੀਂ ਕੇਰਾਂ ਗੱਲਬਾਤ ਕਰ ਹਟੇ ਹਾਂ। ਤੇ ਇੱਕ ਕਾਲਰ ਦਾ ਇਹ ਖਿਆਲ ਸੀਗਾ ਕਿ ਸ਼ਾਇਦ ਇਹ ਤੁਸੀਂ ਸਿਰਫ ਜਸਟ ਫॉर द ਸੇਕ ਆਫ ਇਟ ਕਹਿਣ ਲਈ ਕਹਿ ਰਹੇ ਹੋ, ਤੁਸੀਂ ਆਪਣੀ ਪੋਜੀਸ਼ਨ ਮਜ਼ਬੂਤ ਕਰ ਰਹੇ ਹੋ। ਜਸਟ ਇਨ ਕੇਸ ਜੇਕਰ ਇਲੈਕਸ਼ਨ ਆ ਜਾਂਦਾ ਤਾਂ ਤੁਹਾਡੇ ਕੋਲੇ ਕੋਈ ਨਾ ਕੋਈ ਕਾਰਨ ਤੇ ਹੋਣਾ ਚਾਹੀਦਾ ਹੈ ਕਿ ਤੁਸੀਂ ਲੋਕਾਂ ਕੋਲੇ ਜਾਣਾ ਹੈ। ਭਾਈ ਅਸੀਂ ਤਾਂ ਆਖਿਆ ਸੀਗਾ ਤਾਂ ਸਰਕਾਰ ਤੋੜੀ ਹੈ। ਨਹੀਂ, ਪਰ ਸਾਨੂੰ ਪੂਰੀ ਯਕੀਨ ਹੈ ਕਿਉਂਕਿ ਮੈਨੂੰ ਅਪਡੇਟਸ ਮਿਲਦੇ ਰਹਿੰਦੇ ਕਿ ਇਹ ਹੋਊਗਾ। ਸਾਨੂੰ ਪੂਰੀ ਉਮੀਦ ਹੈ ਕਿ ਹੋਊਗਾ। ਪਰ ਸਵਾਲ ਪੁੱਛਿਆ ਗਿਆ ਸੀ ਕਿ ਜੇ ਅਚਾਨਕ ਹੀ ਉੱਥੋਂ ਨਹੀਂ ਇਹ ਕੰਮ ਹੁੰਦਾ ਤਾਂ ਤੁਸੀਂ ਕੀ ਕਰੋਗੇ? ਪਰ ਮੈਂ ਸਪਸ਼ਟ ਕਿਹਾ ਕਿ ਆਪਾਂ ਸਮਝੌਤਾ ਜੇ ਉਹ ਆਪਣਾ ਜਵਾਬ ਦੇ ਮਨਜ਼ੂਰ ਜੋ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਨਹੀਂ ਪੂਰੇ ਕਰਦੇ ਤਾਂ ਫਿਰ ਸਾਨੂੰ ਹੀ ਇੱਕੋ ਹੀ ਆਪਸ਼ਨ ਹੈਗਾ ਕਿ ਆਪਾਂ ਸਪੋਰਟ ਵਾਪਸ ਲਵਾਂਗੇ। ਅਸਲ 'ਚ ਉਹਨਾਂ ਨੇ ਤੋੜਤਾ। ਜੇ ਉਹਨਾਂ ਨੇ ਜੋ ਸਾਨੂੰ ਵਾਅਦਾ ਕੀਤਾ ਪੂਰਾ ਨਹੀਂ ਕਰਦੇ, ਉਹਨਾਂ ਦੇ ਕਸੂਰ ਹੋਊਗਾ। ਪਰ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਮੈਨੂੰ ਅਪਡੇਟਸ ਮਿਲਦੇ ਰਹਿੰਦੇ ਕਿ ਦੰਦ ਸੇਵਾਵਾਂ ਬੱਚਿਆਂ ਵਾਸਤੇ ਇਸ ਸਾਲ ਲਾਗੂ ਹੋਊਗਾ। ਤੇ ਅਗਲੇ ਸਾਲ ਸਾਨੂੰ ਗਰੰਟੀਜ਼ ਆ ਰਹੇ ਨੇ ਕਿ ਅਗਲੇ ਸਾਲ ਜਿਹੜਾ ਆਪਾਂ 18 ਸਾਲ ਤੇ ਘੱਟ ਬੱਚਿਆਂ ਵਾਸਤੇ, ਬਜ਼ੁਰਗਾਂ ਵਾਸਤੇ ਤੇ ਜਿਹਦੇ ਕੋਲ ਹੈਂਡੀਕੈਪ ਨੇ ਉਹਨਾਂ ਵਾਸਤੇ ਇੱਕ ਤਾਂ ਐਕਸਪੈਂਡ ਹੋ ਜਾਊਗਾ 2023 ਦੇ ਵਿੱਚ, 2023 ਤੇ ਇਸ ਸਾਲ 2022 ਦੇ ਵਿੱਚ ਬੱਚੇ 12 ਸਾਲ ਤੇ ਘੱਟ ਉਹਨਾਂ ਨੂੰ ਹੋਣਾ ਚਾਹੀਦਾ। ਸੋ ਸਾਨੂੰ ਪੂਰੀ ਉਮੀਦ ਹੈ ਕਿ ਹੋਊਗਾ। ਪਰ ਜੇ ਅਚਾਨਕ ਹੀ ਉਹ ਨਹੀਂ ਕਰਦੇ ਜਾਂ ਮੁੱਕਰ ਜਾਂਦੇ ਤਾਂ ਫਿਰ ਸਾਡੇ ਕੋਲ ਇੱਕ ਆਪਸ਼ਨ ਹੈਗਾ ਜੋ ਆਪਾਂ ਨਹੀਂ ਦੱਸਦੇ ਵਰਤਨ ਨੂੰ। ਸਰਦਾਰ ਜਗਮੀਤ ਸਿੰਘ ਜੀ, ਸਾਨੂੰ ਇਹ ਦੱਸੋ ਸਾਨੂੰ ਕਿ ਜਿਹੜਾ ਸਪਲਾਈ ਐਂਡ ਇਹ ਕਾਨਫੀਡੈਂਸ ਤੁਹਾਡਾ ਸਮਝੌਤਾ ਹੋਇਆ ਹੈਗਾ, ਕੋਈ ਐਸਾ ਮੈਂਡੇਟਰੀ ਹੈ ਕਿ ਹਾਊ ਆਫਟਨ ਡੂ ਯੂ ਮੀਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੂੰ? ਔਰ ਤੁਸੀਂ ਮੇਰਾ ਖਿਆਲ ਜਦੋਂ ਇਹ ਆਖਿਆ ਸੀਗਾ ਕਿ ਜੇਕਰ ਨਹੀਂ ਮੰਨੇ ਤਾਂ ਅਸੀਂ ਸਮਝੌਤਾ ਤੋੜਾਂਗੇ ਦੇ ਵਿੱਚ ਤੁਸੀਂ ਕਿਹਾ ਕਿ ਤੁਸੀਂ 1-on-1 ਵੀ ਜਸਟਿਨ ਟਰੂਡੋ ਸਾਹਿਬ ਨੂੰ ਕਿਹਾ ਔਰ ਉਹਨਾਂ ਨੇ ਤੁਹਾਡੀ ਗੱਲ ਧਿਆਨ ਨਾਲ ਸੁਣ ਲਈ ਹੈ ਕਿ ਜੇਕਰ ਆਹ ਨਾ ਕੀਤਾ ਤਾਂ ਆਹ ਹੋਏਗਾ। ਜੀ ਹਾਂ, ਬਿਲਕੁਲ। ਪਹਿਲਾਂ ਤਾਂ ਮੈਂ ਤੁਹਾਡੀ ਦੂਜੀ ਗੱਲ ਤੇ ਸ਼ੁਰੂ ਕਰਦਾ। ਹਾਂਜੀ, ਆਪਣੀ ਗੱਲ ਦੇ ਵਿੱਚ ਮੈਂ ਸਪਸ਼ਟ ਸਿੱਧੇ ਪ੍ਰਧਾਨ ਮੰਤਰੀ ਨੂੰ ਮੈਂ ਆਪਣਾ ਪੋਜੀਸ਼ਨ ਦੱਸਿਆ ਕਿ ਉਹਨੂੰ ਪਤਾ ਹੈ, ਉਹਨੇ ਧਿਆਨ ਨਾਲ ਸੁਣਿਆ ਤੇ ਉਹਨੇ ਕਿਹਾ ਕਿ ਮੈਂ ਸਮਝ ਗਿਆ ਜੀ ਕਿ ਆਪਾਂ ਜੋ ਉਹਨਾਂ ਨੇ ਵਾਅਦਾ ਕੀਤਾ, ਜੋ ਕਰਨਾ ਚਾਹੀਦਾ, ਜੋ ਹੋਣਾ ਚਾਹੀਦਾ ਕਿ ਦੰਦ ਸੇਵਾਵਾਂ ਲੋਕਾਂ ਵਾਸਤੇ, ਲੋਕਾਂ ਦੇ ਭਲਾ ਵਾਸਤੇ ਉਹ ਹੋਣਾ ਚਾਹੀਦਾ ਕਿ ਜੇ ਨਹੀਂ ਹੁੰਦਾ ਤਾਂ ਆਪਾਂ ਆਪਣੀ ਸਪੋਰਟ ਵਾਪਸ ਲਵਾਂਗੇ। ਉਹਨੂੰ ਗੱਲ ਉਹਨੇ ਸੁਣ ਲਈ ਬੜੇ ਧਿਆਨ ਨਾਲ। ਤੈਨੂੰ ਪਤਾ ਕਿ ਮੇਰਾ ਪੋਜੀਸ਼ਨ ਕੀ ਹੈਗਾ। ਤੇ ਸਮਝੌਤਾ ਦੇ ਵਿੱਚ ਲਿਖਿਆ ਆ ਕਿ ਆਪਣੇ ਕੋਲ 4 ਤਰੀਕੇ ਹੈਗੇ ਉਹਨੂੰ ਅਕਾਊਂਟੇਬਲ ਰੱਖਣ ਲਈ। ਇੱਕ ਤਾਂ ਸਾਡੇ ਕੋਲ ਜਿਹੜੇ ਹਾਊਸ ਲੀਡਰ ਤੇ whip, ਉਹ 2 ਪੋਜੀਸ਼ਨ ਹੈਗੇ ਸਾਡੇ ਪਾਰਟੀ, ਹਰੇਕ ਪਾਰਟੀ 'ਚ ਹੁੰਦੇ, ਉਹਨਾਂ ਦੀ ਰੈਗੂਲਰ ਮੀਟਿੰਗ ਹੁੰਦੀਆਂ ਨੇ। ਦੂਜੀ ਗੱਲ ਹੈ ਸਾਡੇ ਕੋਲ ਇੱਕ ਅਕਾਊਂਟੇਬਿਲਿਟੀ ਕਮੇਟੀ ਹੈਗਾ, ਉਹ ਓਵਰਸਾਈਟ ਕਮੇਟੀ, ਉਹ ਰੈਗੂਲਰਲੀ ਮੁਲਾਕਾਤ ਰੱਖਦੇ ਨੇ। ਸਾਡੀ ਟੀਮ ਦੇ ਮੈਂਬਰ ਹੈਗੇ ਤੇ ਲਿਬਰਲ ਦੇ ਮੈਂਬਰ ਹੈਗੇ, ਉਹ ਮੀਟਿੰਗ ਵੀ ਹੁੰਦੀ ਰਹਿੰਦੀ ਹੈ। ਆਪਾਂ ਸਾਡੇ ਸਟਾਫ ਲੈਵਲ ਵੱਲੋਂ ਵੀ, ਸਾਡੇ ਚੀਫ ਆਫ ਸਟਾਫ ਜੋ ਸਾਡੇ ਸਾਰੇ ਸਟਾਫ ਵੱਲੋਂ ਆਪਰੇਸ਼ਨ ਰਨ ਕਰਦੇ ਨੇ,
ਉਹਨਾਂ ਤੇ ਉਹਨਾਂ ਦੇ ਦੂਜੇ ਸਾਈਡ ਸਟਾਫ ਚੀਫ ਆਫ ਸਟਾਫ ਨਾਲ ਮੁਲਾਕਾਤ ਹੁੰਦੇ ਨੇ ਤੇ ਫਾਈਨਲੀ ਆਪਾਂ ਹਰ 3 ਮਹੀਨੇ ਸਾਡਾ ਲਾਜ਼ਮੀ ਮੀਟਿੰਗ ਹੁੰਦੀ ਹੈ ਜਿਹਦੇ 'ਚ ਆਪਾਂ ਸਾਰੀਆਂ ਗੱਲਾਂ ਸੁਣ ਕੇ ਜੋ ਪਿਛਲੀ ਮੀਟਿੰਗਾਂ ਦੀ ਜੇ ਕੋਈ ਕਮੀ ਰਹੀ ਜਾਂ ਕੋਈ ਸਮੱਸਿਆ ਉਠਾਇਆ ਗਿਆ ਤਾਂ ਉਹ ਤੋਂ ਫਿਰ ਆਪਾਂ ਜਦੋਂ ਲੀਡਰ ਟੂ ਲੀਡਰ ਸਾਡੀ ਮੁਲਾਕਾਤ ਹੁੰਦੀ ਹੈ ਉੱਥੇ ਫਿਰ ਮੈਂ ਉਹ ਇਸ਼ੂਜ਼ ਜੋ ਹੈਗੇ ਰੇਜ਼ ਕਰਦਾ। ਪਿਛਲੇ ਕੁਝ ਦਿਨਾਂ ਤੋਂ ਸਰਦਾਰ ਜਗਮੀਤ ਸਿੰਘ ਜੀ ਤੁਸੀਂ ਦੂਜੀ ਗੱਲ ਵੀ ਕਰ ਰਹੇ ਹੋ ਕਿ ਜਿਹੜਾ ਹੈਲਥ ਵਿਭਾਗ ਦੇ ਵਿੱਚ ਸਟਾਫਿੰਗ ਦੀ ਸ਼ਾਰਟੇਜ ਹੈਗੀ ਹੈ, ਤੁਸੀਂ ਕੁਝ ਸੁਝਾਅ ਦੇ ਰਹੇ ਹੋ ਔਰ ਸਾਨੂੰ ਦੱਸਿਓ ਕਿ ਉਹਨਾਂ ਦਾ ਜਿਹੜਾ ਸਮ ਟੋਟਲ ਆਫ ਆਲ ਦ ਐਡਵਾਈਸ ਦੈਟ ਯੂ ਆਫਰਿੰਗ ਦੇ। ਜੀ ਇੱਕ ਤਾਂ ਪਹਿਲਾਂ ਰੈਕਗਨਾਈਜ਼ ਕਰਨਾ ਚਾਹੀਦਾ ਕਿ ਸਾਡੇ ਸਿਹਤ ਸੇਵਾਵਾਂ BC ਵਿੱਚ ਤੁਸੀਂ ਦੇਖੋ ਬਹੁਤ ਮੁਸ਼ਕਿਲ ਸਮਾਂ ਆ ਰਿਹਾ, ਬਹੁਤ ਸਾਰੀ ਸਟਾਫ ਸ਼ਾਰਟੇਜ ਆ ਰਹੇ ਨੇ, ਹਸਪਤਾਲ ਦੇ ਵਿੱਚ ਨਰਸਿੰਗ ਡਾਕਟਰਸ ਹੈਲਥ ਕੇਅਰ ਵਰਕਰਸ ਦੀ ਸ਼ਾਰਟੇਜ ਹੋ ਰਹੀ ਹੈ ਅਤੇ ਇਨ ਜਨਰਲ ਜਿਹੜੀ ਵੇਟਿੰਗ ਉਹ ਵੱਧਦੀ ਜਾ ਰਹੀ ਹੈ, ਜਿਹੜੀ ਵੇਟਿੰਗ ਟਾਈਮ ਅਤੇ ਉਹ ਇਕੱਲੇ BC 'ਚ ਨਹੀਂ ਸਾਰੇ ਕਿਤੇ ਜਿੱਥੇ ਵੀ ਮੈਂ ਜਾਂਦਾ, ਮੈਂ ਕੱਲ੍ਹ ਮੌਂਟਰੀਅਲ ਸੀਗਾ, ਕੁਬੈਕ ਦੇ ਵਿੱਚ ਇਹ ਸਮੱਸਿਆ ਹੈਗਾ, ਅੱਜ ਮੈਂ ਓਨਟੇਰੀਓ 'ਚ ਹੈਗਾ, ਓਨਟੇਰੀਓ 'ਚ ਵੀ ਇਹ ਸਮੱਸਿਆ ਹੈਗਾ। ਸੋ ਸਾਰੇ ਕਿਤੇ ਹੈਗਾ ਅਤੇ ਬਹੁਤ ਹੀ ਸਖਤ ਜ਼ਰੂਰਤ ਹੈ ਕਿ ਫੈਡਰਲ ਖੇਤਰ ਤੋਂ ਕੁਛ ਗੱਲਾਂ ਹੋਣੀਆਂ ਚਾਹੀਦੀ। ਇੱਕ ਤਾਂ ਜਿਹੜੇ ਮੁੱਖ ਮੰਤਰੀ ਹੈਗੇ ਹਰੇਕ ਸੂਬੇ ਦੇ, ਉਹਨਾਂ ਨੇ ਇੱਕ ਮੰਗ ਰੱਖੀ ਕਿ ਪ੍ਰਧਾਨ ਮੰਤਰੀ ਉਹਨੂੰ ਮਿਲ ਕੇ ਗੱਲਬਾਤ ਕੀਤੀ ਕਿ ਜਿਹੜਾ ਫੈਡਰਲ ਟਰਾਂਸਫਰਸ ਜੋ ਪੈਸੇ ਫੈਡਰਲ ਖੇਤਰ ਤੋਂ ਸੂਬੇ ਨੂੰ ਜਾਂਦੇ ਸਾਡੇ ਸਿਹਤ ਸੇਵਾਵਾਂ ਵਾਸਤੇ ਕਿ ਉਹਦੇ ਬਾਰੇ ਕੁਛ ਚੇਂਜ ਕੀਤਾ ਜਾਵੇ, ਕਿਉਂਕਿ ਪਿਛਲੇ ਕੁਛ ਦਹਾਕਿਆਂ ਤੋਂ ਲਿਬਰਲ ਅਤੇ ਕੰਸਰਵੇਟਿਵ ਸਰਕਾਰਾਂ ਨੇ ਜੋ ਫੈਡਰਲ ਵੱਲੋਂ ਪੈਸੇ ਦਿੱਤੇ ਜਾਂਦੇ ਉਹਨਾਂ ਨੇ ਘਟਾਏ, ਬਹੁਤ ਜ਼ਿਆਦਾ ਘਟਾਏ। ਜਿਹੜਾ ਪਹਿਲਾਂ ਹੁੰਦਾ ਸੀਗਾ ਬਰਾਬਰ ਕਿ ਫੈਡਰਲ ਤੋਂ 50% ਅਤੇ ਸੂਬੇ ਤੋਂ 50%, ਹੁਣ ਸਿਰਫ 22% ਹੀ ਰਹਿ ਗਿਆ ਫੈਡਰਲ ਤੋਂ। ਸੋ ਬਹੁਤ ਜ਼ਿਆਦਾ ਫੰਡਿੰਗ ਕੱਟਿਆ ਗਿਆ। ਸੋ ਆਪਾਂ ਕਹਿ ਰਹੇ ਕਿ ਉਹਦਾ ਜਿਹੜਾ ਸ਼ਾਰਟਫਾਲ ਉਹਦਾ ਕੁਛ ਕਰਨਾ ਚਾਹੀਦਾ, ਹੈਲਥ ਕੇਅਰ ਟਰਾਂਸਫਰਸ ਨੂੰ ਵਧਾਉਣੇ ਚਾਹੀਦੇ। ਦੋ ਹੋਰ ਹੈਗੇ ਜਿਹੜੇ ਸਿੰਪਲ ਸਟ੍ਰੇਟ ਫੋਰਵਰਡ ਆਪਸ਼ਨਸ। ਇੱਕ ਤਾਂ ਬਹੁਤ ਹੀ ਜ਼ਿਆਦਾ ਇੰਟਰਨੈਸ਼ਨਲੀ ਟ੍ਰੇਨਡ ਲੋਕ ਹੈਗੇ ਜਿਹਨੂੰ ਟ੍ਰੇਨਿੰਗ ਮਿਲੀ ਹੋਈ ਹੈ ਹੋਰ ਦੇਸ਼ਾਂ 'ਚ, ਇੰਟਰਨੈਸ਼ਨਲ ਟ੍ਰੇਨਿੰਗ ਅਤੇ ਕੁਆਲੀਫਿਕੇਸ਼ਨ, ਪਰ ਇੱਥੇ ਆ ਕੇ ਉੱਥੇ ਰੈਕਗਨਾਈਜ਼ ਨਹੀਂ ਕੀਤਾ ਜਾ ਰਿਹਾ। ਸਾਨੂੰ ਬਹੁਤ ਹੀ ਸਖਤ ਜ਼ਰੂਰਤ ਹੈ ਕਿ ਉਹ ਇੰਟਰਨੈਸ਼ਨਲੀ ਟ੍ਰੇਨਡ ਲੋਕ ਹੈਗੇ ਉਹ ਇੱਥੇ ਪ੍ਰੈਕਟਿਸ ਕਰ ਸਕਣ ਅਤੇ ਉਹਨਾਂ ਦੀ ਰੈਕਗਨੀਸ਼ਨ ਵਾਸਤੇ ਕੋਈ ਛੇਤੀ ਰਸਤਾ ਹੋਣਾ ਚਾਹੀਦਾ, ਕੋਈ ਐਕਸੈਲਰੇਟਡ ਪੈਥ ਹੋਣਾ ਚਾਹੀਦਾ ਤਾਂ ਕਿ ਉਹ ਛੇਤੀ ਉਹ ਰੈਕਗਨਾਈਜ਼ ਕੀਤਾ ਜਾਣ। ਅਤੇ ਨਾਲ ਦੇ ਨਾਲ ਇਮੀਗ੍ਰੇਸ਼ਨ ਦਾ ਵੀ ਬਹੁਤ ਜ਼ਿਆਦਾ ਬੈਕਲਾਗ ਹੈਗਾ, ਜਿੱਥੇ ਬਹੁਤ ਸਾਰੇ ਨਰਸਿਸ ਖਾਸ ਕਰਕੇ ਉਹਦੇ ਨਾਲ ਗੱਲ ਕੀਤੀ ਹੈ ਜਿਹਦੇ ਕੋਲ ਕੁਆਲੀਫਿਕੇਸ਼ਨ ਵੀ ਮੰਨੀ ਗਈ ਇੱਥੇ, ਪਰ ਸਿਰਫ ਉਹਨਾਂ ਦੀ ਇਮੀਗ੍ਰੇਸ਼ਨ ਸਟੈਟਸ ਕਰਕੇ ਇੱਥੇ ਪ੍ਰੈਕਟਿਸ ਨਹੀਂ ਕਰ ਸਕਦੇ। ਸੋ ਉਹ ਫੈਡਰਲ ਖੇਤਰ ਦੀ ਗੱਲ ਹੈ। ਫਾਈਨਲੀ ਆਪਾਂ ਕਿਹਾ ਕਿ ਇੱਕ ਇੰਜੈਕਸ਼ਨ ਦੀ ਲੋੜ ਹੈ ਪੈਸਿਆਂ ਦੇ, ਇੱਕਦਮ ਸਾਡੇ ਲੌਂਗ ਟਰਮ ਕੇਅਰ ਸਿਸਟਮ ਦੇ ਵਿੱਚ ਹਾਇਰ ਕਰਨਾ ਨਵੇਂ ਵਰਕਰਸ ਨੂੰ, ਕਿਉਂਕਿ ਬਹੁਤ ਸਾਰੇ ਬਜ਼ੁਰਗ ਆਪਣੇ ਹਸਪਤਾਲਾਂ 'ਚ ਹੈਗੇ ਜਿਹਨੂੰ ਲੌਂਗ ਟਰਮ ਕੇਅਰ ਹੋਮਸ ਜਾਣਾ ਚਾਹੀਦਾ ਅਤੇ ਉੱਥੇ ਜਾਣਾ ਚਾਹੁੰਦੇ ਵੀ ਹੈਗੇ ਕਿਉਂਕਿ ਉੱਥੇ ਲੌਂਗ ਟਰਮ ਕੇਅਰ ਮਿਲੂ, ਪਰ ਉਹਨਾਂ ਕੋਲ ਬੈੱਡ ਹੈ ਨਹੀਂ, ਇਸ ਕਰਕੇ ਹਸਪੀਟਲ ਦੇ ਵਿੱਚ ਹੈਗੇ ਅਤੇ ਉੱਥੇ ਉਹਨਾਂ ਦੇ ਬੈੱਡ ਜੋ ਲੈ ਰਹੇ ਨੇ, ਫਿਰ ਦੂਜਿਆਂ ਜਿਹਨੂੰ ਕੋਈ ਐਮਰਜੈਂਸੀ ਕੇਅਰ ਦੀ ਲੋੜ ਆ ਉਹਨੂੰ ਥਾਂ ਨਹੀਂ ਮਿਲ ਰਿਹਾ। ਸੋ ਇਸ ਕਰਕੇ ਲੌਂਗ ਟਰਮ ਕੇਅਰ ਦੇ ਵਿੱਚ ਵੀ ਫੈਡਰਲ ਖੇਤਰ ਤੋਂ ਇਨਵੈਸਟਮੈਂਟ ਦੀ ਲੋੜ ਹੈ। ਇਹ ਆਪਾਂ ਸੁਝਾਅ ਦਿੱਤੇ ਅਤੇ ਆਪਾਂ ਪ੍ਰੈਸ਼ਰ ਪਾ ਰਹੇ ਹਾਂ ਕਿ ਇਹਦੇ ਉੱਤੇ ਕੰਮ ਕੀਤਾ ਜਾਵੇ। ਅਤੇ ਲਾਸਟ ਦੇ ਵਿੱਚ ਟਰਾਂਸਪੋਰਟ ਮਿਨਿਸਟਰ ਹੋਣੀ ਮੇਰਾ ਖਿਆਲ ਜਲਦ ਇਸ ਗੱਲ ਨੂੰ ਪੂਰੀ ਤਰ੍ਹਾਂ ਸਪਸ਼ਟ ਕਰਨਗੇ ਕਿ ਜਿਹੜੀਆਂ ਸਾਡੇ ਪਾਬੰਦੀਆਂ ਲੱਗੀਆਂ ਨੇ, ਸ਼ਾਇਦ ਹੋਰਾਂ ਮੁਲਕਾਂ ਦੇ ਵਿੱਚ ਉਹ ਪਾਬੰਦੀਆਂ ਨਹੀਂ ਹਨ ਹੈਲਥ ਕੇਅਰ ਨੂੰ ਲੈ ਕੇ ਜਾਂ COVID-19 ਦੇ ਮੁਤਲਕ ਮੈਂ ਗੱਲਬਾਤ ਕਰ ਰਿਹਾ। ਅਤੇ ਨਾਲ ਅਰਾਈਵ ਕੈਨ ਦਾ ਬਹੁਤ ਸਾਰੀ ਚਰਚਾ ਹੋ ਰਹੀ ਹੈ ਕਿ ਇਹਦਾ ਕੋਈ ਮਤਲਬ ਨਹੀਂ ਹੈ ਇਸ ਵੇਲੇ, ਇਹਦੇ ਨਾਲ ਬਹੁਤ ਸਾਰਾ ਸਮਾਂ ਖਰਾਬ ਹੁੰਦਾ ਹੈ ਔਰ ਟੂਰਿਜ਼ਮ ਇੰਡਸਟਰੀ ਜਿਹੜੀ ਹੈ ਉਹ ਕਹਿੰਦੇ ਕਿ 40% ਤਾਂ ਪਹਿਲਾਂ ਹੀ ਘੱਟ ਬਿਜ਼ਨਸ ਹੈਗਾ ਅਤੇ ਇਹ ਅਰਾਈਵ ਕੈਨ ਦੇ ਪੰਗਿਆਂ ਨੇ ਹਾਲਾਤ ਹੋਰ ਵੀ ਖਰਾਬ ਕੀਤੇ ਨੇ। ਸੋ ਤੁਹਾਡਾ ਇਸ ਮੁੱਦੇ ਦੇ ਉੱਤੇ ਕੀ ਖਿਆਲ ਹੈ ਕਿ ਜੇਕਰ ਸਾਇੰਸ ਸਪੋਰਟ ਨਹੀਂ ਕਰ ਰਹੀ ਬਕਾਇਦਾ, ਬਹੁਤ ਸਾਰੇ ਜਿਹੜੇ ਸਾਇੰਟੀਫਿਕ ਸਾਡੇ ਕੋਲ ਆਰਗੂਮੈਂਟ ਵੀ ਹੈਗੀ ਆ ਕਿ ਪ੍ਰੋਬੇਬਲੀ ਇਟ ਡਜ਼ਨਟ ਹੋਲਡ ਗੁੱਡ ਐਨੀ ਮੋਰ, ਇਸ ਮੌਕੇ 'ਤੇ ਇਹਨਾਂ ਪਾਬੰਦੀਆਂ ਦਾ ਕੋਈ ਮਾਇਨਾ ਨਹੀਂ ਹੈਗਾ। ਪਹਿਲਾਂ ਸ਼ੁਰੂ 'ਚ ਸੀਗਾ ਉਦੋਂ ਕਿ ਅਸੀਂ ਬਾਹਰਲੇ ਮੁਲਕਾਂ 'ਚੋਂ ਇਨਫੈਕਸ਼ਨ ਇੱਧਰ ਨਾ ਆਵੇ ਤਾਂ ਠੀਕ ਸੀ ਕੰਮ, ਲੇਕਿਨ ਇਸ ਮੁਕਾਮ ਦੇ ਉੱਤੇ ਜਸਟ ਫॉर द ਸੇਕ ਆਫ ਇਟ ਵਾਈ ਵੀ ਹੈਵਿੰਗ ਆਲ ਦੋਜ਼ ਰਿਸਟ੍ਰਿਕਸ਼ਨਸ। ਬਿਲਕੁਲ, ਆਪਾਂ ਸ਼ੁਰੂ ਤੋਂ ਕਿਹਾ ਕਿ ਲੋਕਾਂ ਦੀ ਭਰੋਸਾ ਬਚਾਉਣ ਵਾਸਤੇ, ਜੋ ਲੋਕਾਂ ਦੇ ਵਿਸ਼ਵਾਸ ਬਚਾਉਣ ਵਾਸਤੇ ਜੋ ਵੀ ਕਦਮ ਆਪਾਂ ਚੁੱਕਦੇ ਹਾਂ ਉਹਦਾ ਕਲੀਅਰਲੀ ਸਬੂਤ ਹੋਣਾ ਚਾਹੀਦਾ ਕਿ ਆਪਾਂ ਸਾਫ਼ ਦਿਖਾ ਸਕਦੇ ਜਾਂ ਸਮਝਾ ਸਕਦੇ ਕਿ ਆਪਾਂ ਇਹ ਕਦਮ ਕਿਉਂ ਚੱਕ ਰਿਹਾ, ਇਹ ਪਾਲਿਸੀ ਕਿਉਂ ਹੈ ਅਤੇ ਇਹਦੀ ਕੀ ਬੇਸਿਸ ਹੈ ਜਾਂ ਕੀ ਕਾਰਨ ਹੈ।
ਪਰ ਜੇ ਕੋਈ ਸਾਇੰਸ ਜਾਂ ਕੋਈ ਸਬੂਤ ਤੌਰ ਤੇ ਕਾਰਨ ਨਹੀਂ ਹੈਗਾ, ਫਿਰ ਸਾਨੂੰ ਉਹ ਪਾਲਿਸੀ ਨੂੰ ਲਾਗੂ ਕਰਨਾ ਜਾਂ ਚਾਲੂ ਰੱਖਣ ਦਾ ਕੋਈ ਗੱਲ ਨਹੀਂ ਬਣਦੀ, ਜਾਰੀ ਰੱਖਣ ਦੀ ਕੋਈ ਗੱਲ ਨਹੀਂ ਬਣਦੀ। ਸੋ ਆਪਾਂ ਇਹ ਕਹਿ ਰਹੇ ਹਾਂ ਕਿ ਹਰੇਕ ਕੋਈ ਵੀ ਪਾਲਿਸੀ ਹੋਵੇ, ਜੇ ਸਬੂਤ ਹੈ, ਜੇ ਆਪਾਂ ਲੋਕਾਂ ਨਿਵਾਸੀਆਂ ਨੂੰ ਸਮਝਾ ਸਕਦੇ ਹਾਂ ਕਿ ਕੀ ਕਾਰਨ ਹੈਗਾ, ਤਾਂ ਹਾਂ ਜ਼ਰੂਰ ਹੈ, ਉਹ ਰੱਖੋ, ਵਧੀਆ। ਜੇ ਲੋਕਾਂ ਨੂੰ ਬਚਾਉਂਦਾ, ਕੋਈ ਪਾਲਿਸੀ ਬਚਾਉਂਦਾ ਹੈ ਲੋਕਾਂ ਨੂੰ, ਤਾਂ ਵਧੀਆ। ਪਰ ਜੇ ਸਾਡੇ ਕੋਲ ਸਬੂਤ ਹੈ ਨਹੀਂ, ਤਾਂ ਫਿਰ ਕੀ ਲੋੜ ਹੈ। ਆਪਾਂ ਇਹ ਵੀ ਪ੍ਰਧਾਨ ਮੰਤਰੀ ਨੂੰ ਬੜਾ ਸਪਸ਼ਟ ਸਵਾਲ ਪੁੱਛਿਆ ਹਾਊਸ ਆਫ ਕਾਮਨਸ ਦੇ ਵਿੱਚ ਕਿ ਪਾਲਿਸੀਜ਼ ਜਿਹੜੀ ਹੈਗੀ ਲੋਕਾਂ ਦੀ ਭਰੋਸਾ ਤੇ ਵਿਸ਼ਵਾਸ ਨੂੰ ਵਧਾਉਣਾ ਚਾਹੀਦਾ, ਨਾ ਕਿ ਘਟਾਉਣਾ। ਤੇ ਹਰੇਕ ਪਾਲਿਸੀ ਦਾ ਕੋਈ ਸਹੀ ਕਾਰਨ ਸਬੂਤ ਹੋਣਾ ਚਾਹੀਦਾ। ਜੇ ਨਹੀਂ ਹੈਗਾ ਤੁਹਾਨੂੰ ਛੱਡ ਦਿਓ, ਜੇ ਹੈਗਾ ਤਾਂ ਲੋਕਾਂ ਨੂੰ ਦੱਸੋ। ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ। ਕੋਈ ਐਸਾ ਸਵਾਲ ਜਿਹੜਾ ਕਿ ਮੈਂ ਪੁੱਛਿਆ ਨਾ ਹੋਵੇ, ਤੁਹਾਡੇ ਮਨ ਦੇ ਵਿੱਚ ਹੈ, ਜਿਹੜਾ ਕਿ ਸਾਡੇ ਸਰੋਤਿਆਂ ਨਾਲ ਸਿੱਧਾ ਗੱਲਬਾਤ ਕਰਨੀ ਚਾਹੋ, ਤਾਂ ਅਖੀਰ ਤੇ ਉਸ ਲਿਹਾਜ਼ ਨਾਲ ਕੰਕਲੂਡ ਕਰ ਸਕਦੇ ਹੋ। ਜੀ ਬਹੁਤ ਧੰਨਵਾਦ। ਪਹਿਲਾਂ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਮੈਨੂੰ ਰੂਬਰੂ ਹੋਣਾ, ਭਾਵੇਂ ਰੇਡੀਓ ਰਾਹੀਂ ਲੋਕਾਂ ਤੱਕ ਆਵਾਜ਼ ਜਾਂ ਸਾਡੀ ਮੈਸੇਜ ਪਹੁੰਚਾਉਣਾ ਤੇ ਸਵਾਲ ਦੇ ਜਵਾਬ ਦੇਣੇ। ਬਹੁਤ ਧੰਨਵਾਦ। ਬਸ ਇਹ ਮੈਂ ਅੰਤ 'ਚ ਇਹ ਕਹਿਣਾ, ਤੁਸੀਂ ਮੇਰੇ ਉੱਤੇ ਭਰੋਸਾ ਰੱਖੋ ਕਿ ਹਰ ਵਕਤ ਹਰ ਵੇਲੇ ਆਪਾਂ ਆਮ ਲੋਕਾਂ ਦੇ ਵਾਸਤੇ ਹੈਗੇ ਹਾਂ। ਭਾਵੇਂ ਦੰਦ ਸੇਵਾਵਾਂ, ਸਿਹਤ ਸੇਵਾਵਾਂ, ਜਿੱਥੇ ਵੀ ਲੋਕਾਂ ਦੀ ਕੋਈ ਦਰਦ ਹੈ ਉੱਥੇ ਆਪਾਂ ਖੜੇ ਹਾਂ। ਤੇ ਸਾਨੂੰ ਪਤਾ ਕਿ ਇਸ ਵਕਤ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਨੇ। ਇਸ ਕਰਕੇ ਆਪਾਂ ਤੁਹਾਡੀ ਨੁਮਾਇੰਦਗੀ ਲਈ, ਤੁਹਾਡੇ ਹੱਕਾਂ ਲਈ, ਤੁਹਾਡੀ ਜ਼ਿੰਦਗੀ ਦੀ ਬਿਹਤਰੀ ਲਈ ਆਪਾਂ ਜ਼ੋਰ ਪਾ ਰਹੇ ਹਾਂ ਫੈਡਰਲ ਖੇਤਰ ਤੇ ਕਿ ਲੋਕਾਂ ਵਾਸਤੇ ਕੁਛ ਭਲਾ ਹੋਵੇ। Let me compliment you before you go, sir. Your ਪੰਜਾਬੀ ਪਹਿਲਾਂ ਨਾਲੋਂ ਕਿਤੇ ਵੱਧ ਸੋਹਣੀ, ਚੰਗੀ ਤੇ ਸ਼ੁੱਧ ਹੋ ਗਈ ਹੈ। ਮੈਨੂੰ ਲੱਗਦਾ credit goes to your better half. ਇਹ ਬਹੁਤ ਧੰਨਵਾਦ। ਹਾਂਜੀ, ਉਹਨੂੰ ਬਹੁਤ ਵਧੀਆ ਪੰਜਾਬੀ ਆਉਂਦੀ ਹੈ ਤੇ ਮੈਨੂੰ ਵੈਸੇ ਮੇਰੀ ਮਾਂ ਬੋਲੀ ਨਾਲ ਬਹੁਤ ਪਿਆਰ ਹੈ ਤੇ ਕੋਸ਼ਿਸ਼ ਮੈਂ ਕਰਦਾ ਰਹਿੰਦਾ ਕਿ ਪੰਜਾਬੀ ਨੂੰ ਕਿਵੇਂ ਵਧਾਵਾਂ, ਹੋਰ ਵਧੀਆ ਕਿਵੇਂ ਕਰਾਂ। ਹਲੇ ਵੀ ਮੈਂ ਕੁਛ ਗਲਤੀਆਂ ਕਰਦਾ, ਪਰ ਬਹੁਤ ਸਾਰੇ ਲੋਕਾਂ ਦੀ ਸਬਰ ਨਾਲ ਆਪਾਂ ਹੌਲੀ ਹੌਲੀ ਹੋਰ ਵਧਾਉਂਦੇ ਹਾਂ ਪੰਜਾਬੀ। Thank you for your time. Thank you. ਥੈਂਕ ਯੂ ਜੀ, ਥੈਂਕ ਯੂ ਜੀ। ਸਰਦਾਰ ਜਗਮੀਤ ਸਿੰਘ ਹੋਣਾ ਨਾਲ ਗੱਲਬਾਤ ਹੋਈ ਹੈ ਜੀ, ਔਰ ਬੜੇ ਇੱਕ ਵਾਰ ਫੇਰ ਠੋਕਵੇਂ ਤਰੀਕੇ ਨਾਲ ਉਹਨੂੰ ਕਿਹਾ ਕਿ ਜਿਹੜੀ ਇੱਕ ਦੋ ਗੱਲਾਂ ਨੇ ਜਿਹਦੇ 'ਚ ਉਹਨਾਂ ਨੇ ਆਖਿਆ ਕਿ ਦਵਾਈਆਂ, ਅਫੋਰਡੇਬਿਲਿਟੀ ਅਤੇ ਸਪਲਾਈ ਐਂਡ ਕਾਨਫੀਡੈਂਸ ਦੇ ਤਹਿਤ ਜਿਹੜਾ ਡੈਂਟਲ ਪਲਾਨ ਹੈਗੀ ਹੈ ਪੜਾਅਵਾਰ 12 ਸਾਲ 18 ਸਾਲ ਬਜ਼ੁਰਗ ਤੇ ਫਿਰ ਸਾਰਿਆਂ ਵਾਸਤੇ ਜੇਕਰ ਲਾਗੂ ਨਹੀਂ ਹੁੰਦਾ ਤਾਂ ਇਹ ਮਾਮਲਾ ਗੰਭੀਰ ਹੋ ਜਾਣਾ। This is Sherry Punjab Radio, AM 600, Vancouver.